हाँ जी, सत श्री अकाल दोस्तों। ऑन वर्ल्ड चैनल ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ, ਲੀਗ ਜਰਨਲਿਜ਼ਮ ਦਾ ਉਹ ਪਹਿਲੂ ਹੈ ਜੋ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਆਉਂਦਾ, ਪਰ ਦੁਨੀਆ ਵਿੱਚ ਹੋਰ ਵੀ ਬਹੁਤ ਲੋਕ ਨੇ ਜੋ ਇਸ ਨੂੰ ਜਰਨਲਿਜ਼ਮ ਦੀ ਨੀਂਹ ਮੰਨਦੇ ਨੇ। ਜਰਨਲਿਜ਼ਮ ਵਿੱਚ ਅਨਸੈਕਸ਼ਨਡ ਖਬਰਾਂ ਹੁੰਦੀਆਂ ਨੇ ਜਿਹੜੀਆਂ ਕੌਨਫੀਡੈਂਸ਼ੀਅਲ ਵੀ ਹੁੰਦੀਆਂ ਨੇ ਤੇ ਉਹਨਾਂ ਨੂੰ ਨਿਊਜ਼ ਮੀਡੀਆ ਨੂੰ ਦੇ ਦਿੱਤਾ ਜਾਂਦਾ ਹੈ, ਜਿਸ ਨੂੰ ਇੰਗਲਿਸ਼ ਵਿੱਚ ਐਕਸਪੋਜ਼ ਵੀ ਕਹਿੰਦੇ ਨੇ। ਅਪ੍ਰੈਲ 2016 ਵਿੱਚ ਦੁਨੀਆ ਦਾ ਸਭ ਤੋਂ ਵੱਡਾ ਐਕਸਪੋਜ਼ ਸਾਹਮਣੇ ਆਇਆ। ਦਰਅਸਲ ਇਸ ਸਾਲ ਵਿੱਚ ਬਹੁਤ ਸਾਰੇ ਕੌਨਫੀਡੈਂਸ਼ੀਅਲ ਪੇਪਰ ਲੀਕ ਕੀਤੇ ਗਏ, ਜਿਸ ਨੇ ਸਾਰੀ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ। ਪਰ ਇਹਨਾਂ ਡਾਕੂਮੈਂਟਾਂ ਵਿੱਚ ਅਜਿਹਾ ਕੀ ਸੀ ਕਿ ਲੋਕ ਇੰਨੇ ਜ਼ਿਆਦਾ ਸ਼ੌਕ ਹੋ ਗਏ? ਦਰਅਸਲ ਇਹ 2,14,000 ਅਜਿਹੇ ਡਾਕੂਮੈਂਟ ਬਾਹਰ ਨਿਕਲ ਕੇ ਆਏ, ਜਿਸ ਵਿੱਚ ਫਿਲਮੀ ਸਟਾਰ ਅਤੇ ਵੱਡੇ ਬਿਜ਼ਨਸਮੈਨਾਂ ਦੀ ਬਲੈਕ ਮਨੀ ਅਤੇ ਉਹਨਾਂ ਦੀਆਂ ਸ਼ੈੱਲ ਕੰਪਨੀਆਂ ਦਾ ਪਰਦਾਫਾਸ਼ ਹੋਇਆ ਸੀ। ਇਸ ਲਿਸਟ ਵਿੱਚ ਦੁਨੀਆ ਦੇ 200 ਅਰਬਪਤੀ ਸ਼ਾਮਲ ਸੀ। ਬਲੈਕ ਮਨੀ ਹੋਵੇ, ਇੰਡੀਆ ਦਾ ਨਾਂ ਨਾ ਆਵੇ, ਇਹ ਹੋ ਹੀ ਨਹੀਂ ਸਕਦਾ। ਇਹ ਪੈਸੇ ਵਾਲੇ ਲੋਕ ਕੌਣ ਸਨ? ਵੀਡੀਓ ਵਿੱਚ ਅੱਗੇ ਗੱਲ ਕਰਾਂਗੇ, ਪਰ ਡਾਕੂਮੈਂਟਾਂ ਵਿੱਚ ਇੱਕ ਗੱਲ ਸਾਫ਼ ਸੀ, ਜਿੰਨਾ ਵੱਡਾ ਆਦਮੀ ਉਨੀ ਵੱਡੀ ਚੋਰੀ। ਡਾਕੂਮੈਂਟ ਵਿੱਚ ਇਹਨਾਂ ਦੇ ਈਮੇਲਸ, ਫੋਨ ਨੰਬਰ, ਬੈਂਕ ਅਕਾਊਂਟ, ਬੈਂਕ ਟ੍ਰਾਂਜੈਕਸ਼ਨ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਜਾਣਕਾਰੀ ਇਨਕਲੂਡਡ ਸੀ। ਇਹਨਾਂ ਡਾਕੂਮੈਂਟਾਂ ਦੀ ਲੀਕੇਜ ਪਿੱਛੇ ਇੱਕ ਹੀ ਆਦਮੀ ਸੀ, ਜੌਨ ਡੋਏ, ਅਤੇ ਇਹਨਾਂ ਡਾਕੂਮੈਂਟਾਂ ਨੂੰ ਨਾਮ ਦਿੱਤਾ ਗਿਆ ਸੀ ਦਾ ਪਨਾਮਾ ਪੇਪਰਸ। ਜੌਨ ਨੇ ਇਹਨਾਂ ਪੇਪਰ ਦੀ ਰਿਪੋਰਟ SG ਜਰਮਨੀ ਦੇ ਨਿਊਜ਼ਪੇਪਰ ਦੇ ਰਿਪੋਰਟਰ ਬੈਸਜੀਅਨ ਨੂੰ ਦਿੱਤੀ, ਪਰ ਸਾਰੀ ਇਨਵੈਸਟੀਗੇਸ਼ਨ ਵਿੱਚ ਜੌਨ ਹਮੇਸ਼ਾ ਅਣਜਾਣ ਬਣਿਆ ਰਿਹਾ। ਡਾਕੂਮੈਂਟ ਸਭ ਤੋਂ ਪਹਿਲਾਂ ICIJ ਦੁਆਰਾ ਆਪਣੀ ਅਫੀਸ਼ੀਅਲ ਵੈਬਸਾਈਟ ਤੇ ਪਬਲਿਸ਼ ਕੀਤੇ ਗਏ। ਇਸ ਵਿੱਚ 80 ਦੇਸ਼ਾਂ ਦੀਆਂ 107 ਆਰਗੇਨਾਈਜੇਸ਼ਨਾਂ ਨੇ ਕੰਮ ਕੀਤਾ। ਇੱਕ ਸਾਲ ਦੇ ਲੰਬੇ ਸਮੇਂ ਤੋਂ ਬਾਅਦ 3 ਅਪ੍ਰੈਲ 2016 ਨੂੰ 150 ਤੋਂ ਵੱਧ ਸਭ ਤੋਂ ਪਹਿਲਾਂ ਖਬਰਾਂ ਪਬਲਿਸ਼ ਕੀਤੀਆਂ ਗਈਆਂ। ਬਾਅਦ ਵਿੱਚ ਇਸ ਨੂੰ ਮੋਸੈਕ ਫੌਂਸਿਕਾ ਪੇਪਰਸ ਦੇ ਨਾਂ ਨਾਲ ਵੀ ਜਾਣਿਆ ਗਿਆ। ਪਰ ਕੀ ਹੈ ਪਨਾਮਾ ਪੇਪਰਸ ਦਾ ਰਾਜ? ਕੌਣ ਹੈ ਮੋਸੈਕ ਫੌਂਸਿਕਾ, ਜਿਸ ਦਾ ਇੰਨੇ ਵੱਡੇ ਸਕੈਮ ਨਾਲ ਨਾਂ ਆਉਂਦਾ ਹੈ? ਇਹਨਾਂ ਡਾਕੂਮੈਂਟਾਂ ਵਿੱਚ ਕਿੰਨੇ ਪੈਸਿਆਂ ਦਾ ਜ਼ਿਕਰ ਸੀ? ਉਹ ਕੌਣ ਲੋਕ ਸੀ ਜਿਨ੍ਹਾਂ ਨੇ ਇੰਨੇ ਵੱਡੇ ਸਕੈਂਡਲ ਨੂੰ ਅੰਜਾਮ ਦਿੱਤਾ? ਜਾਣਨ ਲਈ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਵਿੱਚ। ਦੋਸਤੋ, ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਪਨਾਮਾ ਹੈ ਕੀ। ਪਨਾਮਾ ਅਸਲ ਵਿੱਚ ਸਾਊਥ ਅਮਰੀਕਾ ਦੀ ਇੱਕ ਛੋਟੀ ਜਿਹੀ ਕੰਟਰੀ ਹੈ। ਜੇ ਗੱਲ ਪੰਜਾਬ ਦੀ ਕਰੀਏ ਤਾਂ ਪਨਾਮਾ ਜੰਗਲ ਨੂੰ ਤਾਂ ਹਰ ਕੋਈ ਜਾਣਦਾ ਹੈ, ਉਹ ਇਸੇ ਕੰਟਰੀ ਵਿੱਚ ਹੈ। ਮੋਸੈਕ ਫੌਂਸਿਕਾ ਇਹ ਉਹੀ ਕੰਪਨੀ ਹੈ ਜਿਸ ਦੁਆਰਾ ਇਹਨਾਂ ਸੈਲੀਬ੍ਰਿਟੀਆਂ ਨੇ ਟੈਕਸ ਚੋਰੀ ਅਤੇ ਬਲੈਕ ਮਨੀ ਨੂੰ ਵਾਈਟ ਵਿੱਚ ਕਨਵਰਟ ਕੀਤਾ। ਅਸਲ ਵਿੱਚ ਇਹ ਡਾਕੂਮੈਂਟ ਪਨਾਮਾ ਕੰਟਰੀ ਤੋਂ ਲੀਕ ਹੋਏ ਸੀ, ਇਸ ਲਈ ਇਸ ਸਕੈਂਡਲ ਨੂੰ ਪਨਾਮਾ ਪੇਪਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੋਸਤੋ, ਇਹ ਸਾਰੀ ਗੇਮ ਆਫਸ਼ੋਰ ਕੰਪਨੀਆਂ ਦੁਆਰਾ ਕੀਤੀ ਜਾਂਦੀ ਹੈ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਆਉਂਦਾ ਹੋਵੇਗਾ ਕਿ ਆਫਸ਼ੋਰ ਕੰਪਨੀਆਂ ਕਿਹੜੀਆਂ ਹੁੰਦੀਆਂ ਨੇ? ਦਰਅਸਲ ਦੋਸਤੋ, ਇਹ ਛੋਟੀਆਂ ਕੰਪਨੀਆਂ ਹੁੰਦੀਆਂ ਨੇ ਜਿਸ ਨੂੰ ਆਪਣੇ ਹੋਮਲੈਂਡ ਤੋਂ ਬਾਹਰ, ਮਤਲਬ ਕਿਸੇ ਹੋਰ ਕੰਟਰੀ ਵਿੱਚ ਵੀ ਖਰੀਦਿਆ ਜਾ ਸਕਦਾ ਹੈ। ਇਹ ਸਾਰੀਆਂ ਕੰਪਨੀਆਂ ਮੋਸੈਕ ਫੌਂਸਿਕਾ ਦੁਆਰਾ ਬਣਾਈਆਂ ਗਈਆਂ ਸੀ, ਜਿਸ ਵਿੱਚ ਟੈਕਸ ਚੋਰੀ, ਪੋਲੀਟੀਕਲ ਪਾਵਰ, ਇਲੀਗਲ ਟ੍ਰਾਂਜੈਕਸ਼ਨਸ ਅਤੇ ਹੋਰ ਵੀ ਇਹਨਾਂ ਨਾਲ ਰਿਲੇਟਡ ਬਹੁਤ ਸਾਰੇ ਇਲੀਗਲ ਕੰਮ ਕੀਤੇ ਗਏ। ਸ਼ੁਰੂਆਤ ਵਿੱਚ ਤਾਂ ਲੋਕ ਰਿਪੋਰਟ ਦੇਖ ਕੇ ਹੈਰਾਨ ਹੋ ਗਏ, ਕਿਉਂਕਿ ਇਹਨਾਂ ਵਿੱਚ ਆਈਸਲੈਂਡ, ਅਰਜਨਟੀਨਾ, ਸਾਊਦੀ ਅਰਬ, ਯੂਕਰੇਨ, UAE ਦੇ ਨੇਸ਼ਨ ਹੈਡ ਦੇ ਨਾਂ ਸ਼ਾਮਲ ਸੀ। ਉਸ ਸਮੇਂ UAE ਦੇ ਖਲੀਫਾ ਬਿਨ ਜਾਇਦ, ਯੂਕਰੇਨ ਦੇ PM ਪੈਟਰੋਸਿੰਚੋ, ਸਾਊਦੀ ਅਰਬ ਦੇ ਕਿੰਗ ਸਲਮਾਨ, ਆਈਸਲੈਂਡ ਦੇ XPM ਸਿਲਵਰਡੋਰ ਦੇ ਨਾਂ ਸਾਹਮਣੇ ਆਏ ਸੀ। ਅਰਜਨਟੀਨਾ ਦਾ ਸਟਾਰ ਫੁੱਟਬਾਲਰ ਜਿਸ ਨੂੰ ਸਾਰੀ ਦੁਨੀਆ ਜਾਣਦੀ ਹੈ
ਉਸ ਦਾ ਅਤੇ ਉਸ ਦੇ ਪਿਤਾ ਦਾ ਨਾਮ ਵੀ ਸਾਹਮਣੇ ਆਇਆ ਸੀ। ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ, ਚੀਨ ਦੇ ਪ੍ਰੈਜ਼ੀਡੈਂਟ ਸ਼ਿਨਪਿੰਗ, ਡੇਵਿਡ ਕੈਮਰਨ ਅਤੇ ਟੋਨੀ ਬਲੇਅਰ ਦੇ ਨਾਮ ਵੀ ਸਾਹਮਣੇ ਆਇਆ ਸੀ। ਜੈਕੀ ਚੈਨ ਵੀ 6 ਕੰਪਨੀਆਂ ਦਾ ਡਾਇਰੈਕਟਰ ਸੀ। ਇਸ ਤੋਂ ਇਲਾਵਾ ਯੂਰਪ ਦੇ ਬਹੁਤ ਸਾਰੇ ਬਿਜ਼ਨਸਮੈਨ, ਫਰਾਂਸ ਦੇ ਸ਼ਾਹੀ ਪਰਿਵਾਰ, ਅਮਰੀਕਾ ਤੋਂ ਲੈ ਕੇ ਏਸ਼ੀਆ ਤੱਕ ਦੇ ਵੱਡੇ ਬਿਜ਼ਨਸਮੈਨਾਂ ਦਾ ਨਾਮ ਵੀ ਸ਼ਾਮਲ ਸੀ। ਪਾਕਿਸਤਾਨ ਦੇ ਐਕਸ-ਪੀਐਮ ਨਵਾਜ਼ ਸ਼ਰੀਫ ਅਤੇ ਉਸ ਦੀ ਕੁੜੀ ਵੀ ਸ਼ਾਮਲ ਸੀ। ਇਨਵੈਸਟੀਗੇਸ਼ਨ ਤੋਂ ਬਾਅਦ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਸ ਤੇ ਬਹੁਤ ਸਾਰੇ ਐਲੀਗੇਸ਼ਨ ਲਾਏ, ਜਿਸ ਕਰਕੇ ਉਸ ਨੂੰ ਪਾਕਿਸਤਾਨ ਛੱਡਣਾ ਪਿਆ। ਜੇ ਇੰਡੀਅਨ ਸੈਲੀਬ੍ਰਿਟੀ ਦੀ ਗੱਲ ਕਰਾਂ ਤਾਂ ਪੂਰੀ ਬੱਚਨ ਫੈਮਿਲੀ ਸਭ ਤੋਂ ਵੱਡਾ ਨਾਂ ਇਹਨਾਂ ਦਾ ਸਕੈਮ ਵਿੱਚ ਸ਼ਾਮਲ ਸੀ। ਇਹਨਾਂ ਤੋਂ ਇਲਾਵਾ ਅਜੇ ਦੇਵਗਨ, ਡੀਐਲਐਫ ਮਾਲਿਕ ਪੁਸ਼ਪਾਲ ਸਿੰਘ, ਗੌਤਮ ਅਡਾਨੀ ਦੇ ਭਰਾ ਵਿਨੋਦ ਅਡਾਨੀ ਅਤੇ ਸਮੀਰ ਗਹਿਲੋਤ ਦੇ ਨਾਮ ਵੀ ਸ਼ਾਮਲ ਸੀ। ਪੁਸ਼ਪਾਲ ਸਿੰਘ ਇੰਡੀਆ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਬਾਰੇ ਕਿਹਾ ਗਿਆ ਸੀ ਕਿ ਉਹਨਾਂ ਨੇ ਆਪਣੀ ਪਤਨੀ ਨਾਲ ਮਿਲ ਕੇ ਬ੍ਰਿਟਿਸ਼ ਦੀ ਇੱਕ ਕੰਪਨੀ ਨੂੰ ਖਰੀਦਿਆ ਸੀ। ਇੰਡੀਅਨ ਪ੍ਰੈਸ ਦੇ ਅਕੋਰਡਿੰਗ ਇਸ ਫੈਮਿਲੀ ਕੋਲ ਸ਼ੈਲ ਕੰਪਨੀਆਂ ਵਿੱਚ $10 ਮਿਲੀਅਨ ਦੀ ਸ਼ੇਅਰ ਹੋਲਡਿੰਗ ਹੈ। ਇੰਡੀਆ ਬੁਲਸ ਦੇ ਓਨਰ ਸਮੀਰ ਗਹਿਲੋਤ ਨੇ ਕਰਨਾਲ, ਦਿੱਲੀ, ਨਿਊ ਜਰਸੀ, ਯੂਕੇ ਇਹਨਾਂ ਥਾਵਾਂ ਤੇ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਖਰੀਦੀ ਇਹਨਾਂ ਕੰਪਨੀਆਂ ਦੇ ਥਰੂ। ਇਹਨਾਂ ਡਾਕੂਮੈਂਟਾਂ ਵਿੱਚ ਸਭ ਤੋਂ ਵੱਡੇ ਸ਼ੇਅਰ ਹੋਲਡਰ ਦੇ ਵਿੱਚ ਅਜੇ ਦੇਵਗਨ ਦਾ ਨਾਮ ਸਾਹਮਣੇ ਆਇਆ। ਮੈਰੀ ਲੇ ਬੋਨ ਐਂਟਰਟੇਨਮੈਂਟ ਕੰਪਨੀ ਵਿੱਚ ਇਸ ਦੀ ਸਭ ਤੋਂ ਵੱਡੀ ਸ਼ੇਅਰ ਹੋਲਡਿੰਗ ਸੀ। ਪਰ ਦੋਸਤੋ, ਇਹ ਤਾਂ ਸੀ ਇਹਨਾਂ ਬਿਜ਼ਨਸਮੈਨਾਂ ਜਾਂ ਸਟਾਰਾਂ ਦੇ ਨਾਂ, ਪਰ ਇਹ ਕੰਪਨੀਆਂ ਕੰਮ ਕਿਵੇਂ ਕਰਦੀਆਂ ਨੇ? ਦੋਸਤੋ, ਪਨਾਮਾ ਟੈਕਸ ਹੈਵਨ ਵਿੱਚ ਜੋ ਵੀ ਮਨੀ ਭੇਜੀ ਜਾਂਦੀ ਹੈ ਉਸ ਦਾ ਥੋੜਾ ਹਿੱਸਾ ਉੱਥੇ ਜਮ੍ਹਾਂ ਹੋ ਜਾਂਦਾ ਹੈ ਅਤੇ ਬਾਕੀ ਹਿੱਸੇ ਨੂੰ ਕਿਸੇ ਹੋਰ ਕੰਟਰੀ ਵਿੱਚ ਇਨਵੈਸਟ ਕਰ ਦਿੱਤਾ ਜਾਂਦਾ ਹੈ। ਇੱਥੋਂ ਪੈਸਾ ਭੇਜਣ ਦੇ ਸਿਰਫ 2 ਹੀ ਕਾਰਨ ਹੁੰਦੇ ਨੇ। ਇੱਕ ਤਾਂ ਇਹ ਸਾਰੀਆਂ ਕੰਪਨੀਆਂ ਆਪਣੇ ਕਸਟਮਰ ਦੀ ਪਰਸਨਲ ਇਨਫੋਰਮੇਸ਼ਨ ਨੂੰ ਸੀਕ੍ਰੇਟ ਰੱਖਦੀਆਂ ਨੇ। ਦੂਜਾ, ਇਹ ਆਪਣੇ ਕਸਟਮਰ ਨੂੰ ਛੋਟੀ ਸ਼ੈਲ ਕੰਪਨੀਆਂ ਬਣਾਉਣ ਵਿੱਚ ਹੈਲਪ ਕਰਦੀਆਂ ਨੇ ਜਿਸ ਦੀ ਕੋਈ ਓਨਰਸ਼ਿਪ ਕਲੀਅਰ ਨਹੀਂ ਹੁੰਦੀ। ਇਹ ਦੋਵੇਂ ਸਿਚੁਏਸ਼ਨਾਂ ਆਮ ਲੋਕਾਂ ਲਈ ਬਹੁਤ ਖਤਰਨਾਕ ਨੇ। ਪਰ ਦੋਸਤੋ, ਸਵਾਲ ਇਹ ਵੀ ਹੈ ਕਿ ਇਹ ਸ਼ੈਲ ਕੰਪਨੀਆਂ ਕੀ ਨੇ? ਸ਼ੈਲ ਕੰਪਨੀਆਂ ਉਹ ਕੰਪਨੀਆਂ ਹੁੰਦੀਆਂ ਨੇ, ਆਸਾਨ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਫੇਕ ਕੰਪਨੀਆਂ, ਜਾਂ ਇਹਨਾਂ ਨੂੰ ਫਰਜ਼ੀ ਕੰਪਨੀਆਂ ਕਹਿ ਸਕਦੇ ਹਾਂ। ਇਹ ਸਾਰਾ ਮੁੱਦਾ ਆ ਕੇ ਬਲੈਕ ਮਨੀ ਨਾਲ ਜੁੜ ਜਾਂਦਾ ਹੈ। ਪਰ ਦੋਸਤੋ, ਸਵਾਲ ਇਹ ਵੀ ਹੈ ਕਿ ਇਹਨਾਂ ਸੈਲੀਬ੍ਰਿਟੀ ਨੂੰ ਅਜਿਹਾ ਇਲੀਗਲ ਕੰਮ ਕਰਨ ਦੀ ਕੀ ਲੋੜ ਹੈ? ਸਿੱਧੀ ਤੇ ਸਪਸ਼ਟ ਗੱਲ ਕਰੀਏ ਤਾਂ ਸਾਰਾ ਮੁੱਦਾ ਹੀ ਬਲੈਕ ਮਨੀ ਦਾ ਹੈ। ਇਸ ਤਰ੍ਹਾਂ ਦੀ ਬਲੈਕ ਮਨੀ ਨੂੰ ਸਭ ਤੋਂ ਵੱਧ ਰੀਅਲ ਅਸਟੇਟ ਵਿੱਚ ਇਨਵੈਸਟ ਕੀਤਾ ਜਾਂਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਸਾਲ 2001 ਤੋਂ ਲੈ ਕੇ 2011 ਤੱਕ ਲੈਂਡ ਪ੍ਰਾਪਰਟੀ ਦੇ ਰੇਟ 5 ਗੁਣਾ ਵਧੇ ਨੇ। ਇੱਕ ਛੋਟੀ ਜਿਹੀ ਐਗਜ਼ਾਮਪਲ ਲੈਨੇ ਆ। ਮੰਨ ਲਓ ਇੱਕ ਆਮ ਇਨਸਾਨ ਨੂੰ ਜਿਸ ਦੀ ਸਧਾਰਨ ਨੌਕਰੀ ਹੈ, ਉਸ ਨੂੰ ਟੋਕੀਓ, ਲੰਡਨ ਵਿੱਚ ਜਗ੍ਹਾ ਲੈਣੀ ਹੋਵੇ ਤਾਂ ਉਸ ਨੂੰ 66 ਸਾਲ ਕੰਮ ਕਰਨਾ ਪਵੇਗਾ। ਪਰ ਜੇ ਇੰਡੀਆ ਦੇ ਮੁੰਬਈ ਵਿੱਚ ਜਗ੍ਹਾ ਲੈਣੀ ਹੋਵੇ ਉਹੀ ਆਮ ਇਨਸਾਨ ਨੂੰ ਤਾਂ 580 ਸਾਲ ਲੱਗਣਗੇ। ਸਮਝ ਗਏ ਨਾ? 580 ਸਾਲ, ਜੋ ਕਿਸੇ ਵੀ ਹਾਲਾਤ ਵਿੱਚ ਪੋਸੀਬਲ ਹੈ ਹੀ ਨਹੀਂ। ਇਹ ਬਲੈਕ ਮਨੀ ਦਾ ਥੋੜਾ ਪੈਸਾ ਇੰਡੀਆ ਵਿੱਚ ਇਲੀਗਲ ਤਰੀਕੇ ਨਾਲ ਪਹੁੰਚ ਜਾਂਦਾ ਹੈ। ਸਾਰਾ ਪ੍ਰੋਸੈਸ ਮੌਰੀਸ਼ੀਅਸ ਵਿੱਚ ਬਣੀਆਂ ਸ਼ੈਲ ਕੰਪਨੀਆਂ ਦੇ ਥਰੂ ਹੁੰਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿੱਚ ਇਹਨਾਂ ਸੈਲੀਬ੍ਰਿਟੀਆਂ ਦੇ ਨਾਂ ਸਾਹਮਣੇ ਆਉਣ ਤੇ ਵੀ ਕੋਈ ਖਾਸ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ, ਕਿਉਂਕਿ ਬੀਜੇਪੀ ਦੇ ਕੁਝ ਲੀਡਰ ਵੀ ਸ਼ਾਮਲ ਸੀ। ਛੱਤੀਸਗੜ੍ਹ ਦੇ ਐਕਸ-ਸੀਐਮ ਰਮਨ ਸਿੰਘ ਦੇ ਮੁੰਡੇ ਅਭਿਸ਼ੇਕ ਸਿੰਘ ਦਾ ਨਾਮ ਵੀ ਸ਼ਾਮਲ ਸੀ। ਇੰਨੇ ਵੱਡੇ ਐਲੀਗੇਸ਼ਨ ਲੱਗਣ ਤੋਂ ਬਾਅਦ ਵੀ ਇਹਨਾਂ ਸੈਲੀਬ੍ਰਿਟੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਰਮਿੰਦਗੀ ਨਹੀਂ ਸੀ। ਮਿਸ ਵਰਲਡ ਐਸ਼ਵਰਿਆ ਰਾਏ ਅਤੇ ਬੱਚਨ ਫੈਮਿਲੀ ਦਾ ਨਾਮ ਵੱਡੇ ਪੱਧਰ ਤੇ ਸਾਹਮਣੇ ਆਇਆ ਸੀ। ਮੀਡੀਆ ਰਿਪੋਰਟ ਦੇ ਮੁਤਾਬਕ ਬੱਚਨ ਪਰਿਵਾਰ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੂੰ ਆਪਰੇਟ ਕਰ ਰਿਹਾ ਸੀ। 1994 ਵਿੱਚ ਅਮਿਤਾਭ ਬੱਚਨ ਨੂੰ 4 ਕੰਪਨੀਆਂ ਦਾ ਡਾਇਰੈਕਟਰ ਨੋਮੀਨੇਟ ਕੀਤਾ ਗਿਆ ਸੀ। ਬੱਚਨ ਫੈਮਿਲੀ ਦੀਆਂ 3 ਕੰਪਨੀਆਂ ਬਹਾਮਾਸ ਅਤੇ ਇੱਕ ਕੰਪਨੀ ਵਰਜਨ ਆਈਲੈਂਡ ਵਿੱਚ ਹੈ। 2016 ਵਿੱਚ ਪੇਪਰਾਂ ਦੇ ਲੀਕ ਹੋਣ ਤੋਂ ਬਾਅਦ ਈਡੀ ਦੁਆਰਾ ਐਸ਼ਵਰਿਆ ਰਾਏ ਤੋਂ ਕਈ ਤਰ੍ਹਾਂ ਦੀ ਇਨਵੈਸਟੀਗੇਸ਼ਨ ਵੀ ਕੀਤੀ ਗਈ ਅਤੇ ਹੁਣ ਤੱਕ ਇਸ ਦੀ ਇਨਵੈਸਟੀਗੇਸ਼ਨ ਜਾਰੀ ਹੈ। ਰਹੀ ਗੱਲ ਅਮਿਤਾਭ ਬੱਚਨ ਦੀ, ਤਾਂ ਬੀਜੇਪੀ ਦਾ ਪ੍ਰਚਾਰ ਕਰਨਾ ਆਪਣੇ ਸਾਰੇ ਕ੍ਰਾਈਮ ਲੁਕਾਉਣ ਦੇ ਬਰਾਬਰ ਹੈ। ਤੁਹਾਨੂੰ ਗੰਗਾ ਜਾ ਕੇ ਨਹਾਉਣ ਦੀ ਲੋੜ ਨਹੀਂ, ਬੀਜੇਪੀ ਦਾ ਪ੍ਰਚਾਰ ਕਰੋ ਅਤੇ ਆਪਣੇ ਸਾਰੇ ਪਾਪਾਂ ਤੋਂ ਮੁਕਤੀ ਪਾਓ। ਅਮਿਤਾਭ ਬੱਚਨ ਬੀਜੇਪੀ ਦਾ ਪ੍ਰਚਾਰ ਮੁਫਤ ਵਿੱਚ ਕਰਦਾ ਹੈ ਅਤੇ 1 ਵੀ ਰੁਪਈਆ ਫੀਸ ਨਹੀਂ ਲੈਂਦਾ। ਇਸ ਤੋਂ ਇਲਾਵਾ ਹੋਰ ਵੀ ਐਕਟਰ ਮੌਜੂਦ ਨੇ ਜੋ ਬੀਜੇਪੀ ਦਾ ਆਸ਼ੀਰਵਾਦ ਲੈ ਕੇ ਰੱਖਦੇ ਨੇ। ਪਨਾਮਾ ਪੇਪਰਸ ਦੇ ਡਾਕੂਮੈਂਟ ਵਿੱਚ ਭਾਰਤੀਆਂ ਦੀਆਂ 930 ਪ੍ਰਾਪਰਟੀਆਂ ਤੇ ਇਹਨਾਂ ਦੀ ਵੈਲਿਊ 20,353 ਕਰੋੜ ਹੈ। ਪਰ ਇਹਨਾਂ ਦਾ ਅਸਲ ਮਾਲਿਕ ਕੌਣ ਹੈ, ਇਹ ਨਾਂ ਬਾਹਰ ਨਿਕਲ ਕੇ ਨਹੀਂ ਆਇਆ।
ਪਰ ਉਸ ਸਮੇਂ ਸਟੇਟ ਫਾਈਨੈਂਸ ਮਿਨਿਸਟਰ ਪੰਕਜ ਚੌਧਰੀ ਨੇ ਰਾਜ ਸਭਾ ਵਿੱਚ ਦੱਸਿਆ ਕਿ 153 ਕਰੋੜ ਟੈਕਸ ਮਨੀ ਦੇ ਰੂਪ ਵਿੱਚ ਵਸੂਲੇ ਜਾ ਚੁੱਕੇ ਨੇ। ਪਨਾਮਾ ਮਾਮਲੇ ਵਿੱਚ 2016 ਤੋਂ ਇਨਵੈਸਟੀਗੇਸ਼ਨ ਕਰ ਰਹੀ ਸੈਂਟਰਲ ਗਵਰਨਮੈਂਟ ਏਜੰਸੀ ਈਡੀ ਇਸ ਮਾਮਲੇ ਵਿੱਚ PMLA ਐਕਟ ਦੇ ਅੰਡਰ ਕੇਸ ਰਜਿਸਟਰ ਕੀਤਾ ਸੀ। ਇਸ ਤੋਂ ਬਾਅਦ ਅਫੀਸ਼ੀਅਲੀ ਇਹ ਵੀ ਕਿਹਾ ਸੀ ਜੇਕਰ ਕੋਈ ਇਸ ਕੇਸ ਵਿੱਚ ਗਿਲਟੀ ਪਾਇਆ ਜਾਂਦਾ ਹੈ ਤਾਂ ਉਸ ਉੱਪਰ ਇਨਕਮ ਟੈਕਸ ਐਕਟ 961 ਅਤੇ ਬਲੈਕ ਮਨੀ ਐਂਡ ਇਨਪੋਜੀਸ਼ਨ ਆਫ ਟੈਕਸ ਐਕਟ 2050 ਦੇ ਆਧਾਰ ਤੇ ਐਕਸ਼ਨ ਲਿਆ ਜਾਵੇਗਾ। ਜੇਕਰ ਇਹਨਾਂ ਬਿਜ਼ਨਸਮੈਨ ਅਤੇ ਸੈਲੀਬ੍ਰਿਟੀਆਂ ਦੇ ਐਲੀਗੇਸ਼ਨ ਸਾਬਤ ਹੁੰਦੇ ਨੇ ਤਾਂ ਹੋਰ ਕਿੰਨਾ ਪੈਸਾ ਬਾਹਰ ਆਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜੇਕਰ ਟੋਟਲ ਵੈਲਿਊ ਦੀ ਗੱਲ ਕਰੀਏ ਜਿਹੜੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੀ ਸੀ ਤਾਂ ਕਿਹਾ ਗਿਆ ਸੀ ਕਿ ਇਸ ਦੀ ਕੀਮਤ ਇੰਡੀਆ ਦੀ GDP ਤੋਂ ਵੀ ਉੱਪਰ ਹੈ। ਤਕਰੀਬਨ $32 ਮਿਲੀਅਨ ਇਹਨਾਂ ਪੇਪਰਾਂ ਵਿੱਚ ਟੋਟਲ ਵੈਲਿਊ ਮੰਨੀ ਗਈ ਸੀ। ਦੋਸਤੋ ਪਨਾਮਾ ਪੇਪਰਾਂ ਦੇ ਆਉਣ ਤੋਂ ਬਾਅਦ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਇਹਨਾਂ ਬਿਜ਼ਨਸਮੈਨ ਅਤੇ ਸੈਲੀਬ੍ਰਿਟੀਆਂ ਦੇ ਖਿਲਾਫ ਉੱਥੋਂ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ। ਆਈਸਲੈਂਡ ਵਿੱਚ ਪ੍ਰਾਈਮ ਮਿਨਿਸਟਰ ਉੱਪਰ ਕੇਲੇ ਵੀ ਸਿੱਟੇ ਗਏ। ਉਸ ਸਮੇਂ ਅਮਰੀਕਾ ਦੀ CNN ਦੀ ਕਾਲਮਿਸਟ ਫਰੀਡਾ ਮੀਟਰਸ ਨੇ ਕਿਹਾ ਸੀ ਕਿ ਇਹ ਇੱਕ ਅਜਿਹਾ ਭੁਚਾਲ ਹੈ ਜਿਸ ਦੇ ਝਟਕੇ ਆਉਣ ਵਾਲੇ ਕੁਝ ਮਹੀਨਿਆਂ ਤੱਕ ਨਹੀਂ ਸਗੋਂ ਕਈ ਸਾਲਾਂ ਤੱਕ ਮਹਿਸੂਸ ਹੁੰਦੇ ਰਹਿਣਗੇ। ਪਨਾਮਾ ਪੇਪਰ ਦੇ ਲੀਕ ਹੋਣ ਦੇ 7 ਸਾਲ ਬਾਅਦ ਵੀ ਅੱਜ ਵੀ ਇਹ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਆਫਸ਼ੋਰ ਕੰਪਨੀਆਂ ਨੇ ਦੁਨੀਆ ਭਰ ਵਿੱਚ ਕ੍ਰਾਈਮ ਅਤੇ ਲਾਲਚ ਨੂੰ ਕਿੰਨਾ ਜ਼ਿਆਦਾ ਵਧਾਇਆ। ਦੋਸਤੋ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਤੇ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਜਦ ਤੱਕ ਲਈ ਸਤਿ ਸ਼੍ਰੀ ਅਕਾਲ।